ਗਏ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਾਖੋ ਪੈਜ ਤੁਮਾਰੀ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੇ ਭਾਂਤੀ ਬੌੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਧੰਨ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ। ਧੰਨ ਧੰਨ ਬਾਬਾ ਡੋਗਰ ਮਹਾਬਲੀ ਜੀ ਸ਼ਹੀਦ ਮਹਾਂਪੁਰਖ। ਇਹਨਾਂ ਦੇ ਦਰ ਅਸਥਾਨਾਂ 'ਤੇ ਸਨਮਾਨਯੋਗ ਗੁਰੂ ਕੀ ਸਾਧ ਸੰਗਤ ਰੋਜ਼ ਦੀ ਤਰ੍ਹਾਂ ਜੋ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੀ ਬਖਸ਼ਿਸ਼ ਕਰਦੇ ਹਨ, ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਓ ਕੁਝ ਲਾਹਾ ਲੈਣ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਗੁਰੂ ਕਿਰਪਾ ਅਨੁਸਾਰ ਲਗਾਤਾਰ ਚੱਲ ਰਹੀ ਗੁਰਬਾਣੀ ਦੀ ਵਿਚਾਰ ਅਨੁਸਾਰ ਜੋ ਕਿ ਸ਼ਬਦ ਦੀ ਆਰੰਭਤਾ ਕੱਲ੍ਹ ਤੋਂ ਹੋਈ ਹੈ, ਜੋ 8 ਪਦਿਆਂ ਤੱਕ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ, ਜੋ ਕਿ 16 ਜਿਹੜਾ ਹੈ ਉਹਦੀ ਵਿਚਾਰ ਚੱਲ ਰਹੀ ਹੈ। 9ਵੇਂ ਪਦੇ ਤੋਂ ਅੱਜ ਜੋ ਵਿਚਾਰ ਆਰੰਭ ਹੁੰਦੀ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਰਹਿਮਤ ਕਰਦੇ ਹਨ। ਆਓ ਸਤਿਗੁਰਾਂ ਦੇ ਅੱਗੇ ਬੇਨਤੀ ਕਰੀਏ, ਰਹਿਮਤ ਬਖਸ਼ਿਸ਼ ਕਰਨ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉ ਮੈਂ ਧਾਤ ਮੋਹ ਰਸ ਲਾਈ, ਗੁਰਮੁਖ ਲਿਵ ਸਾਚੀ ਸਹਿਜ ਸਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮਾਇਆ ਨੇ ਮਨ ਮੁਖਾਂ ਨੂੰ ਹੰਗਤਾ ਮਮਤਾ, ਹੰਗਤਾ ਤੋਂ ਭਾਵ ਹੁੰਦਾ ਹੰਕਾਰ ਵਾਲੀ ਬਿਰਤੀ, ਅਤੇ ਮਮਤਾ ਤੋਂ ਭਾਵ ਹੁੰਦਾ ਝੂਠਾ ਮੋਹ। ਇਹ ਹੰਗਤਾ ਮਮਤਾ ਸੰਬੰਧੀਆਂ ਦਾ ਮੋਹ ਅਤੇ ਰਸਾਂ ਦੀ ਪ੍ਰੀਤੀ ਲਗਾਈ ਹੋਈ ਹੈ। ਛਕਣ ਛਕਾਉਣ ਦੇ ਵਿੱਚ ਮਨ ਰੁੱਝਾ ਹੋਇਆ, ਰਸਨਾ ਕਹਿੰਦੀ ਮੈਂ ਆਹ ਵੀ ਰਸ ਵੇਖ ਲਵਾਂ, ਆਹ ਵੀ ਵੇਖ ਲਵਾਂ। ਇੱਕ ਪਾਸੇ ਸੰਬੰਧੀਆਂ ਦਾ ਮੋਹ ਜਿਹੜਾ ਹੈ ਉਹਦੀ ਖਿੱਚ ਹੈ, ਹੰਕਾਰ ਹੈ, ਮੇਰਾ ਹੈ। ਇਸ ਪ੍ਰਕਾਰ ਇਹਨਾਂ ਸਾਰੀਆਂ ਸਮੱਸਿਆਵਾਂ ਨੇ ਮਨੁੱਖ ਨੂੰ ਘੇਰਿਆ ਹੋਇਆ ਹੈ। ਸੰਸਾਰਕ ਪਾਸੇ ਵੱਲੇ ਅਤੇ ਵਿਸ਼ੇ ਰਸਾਂ ਵਿੱਚ ਬੁੱਧੀ ਲਗਾਈ ਹੋਈ ਹੈ। ਅਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਗੁਰਮੁਖ ਹਨ, ਗੁਰਮੁਖਾਂ ਦੀ ਲਿਵ ਸੱਚੀ ਹੈ, ਇਸ ਲਈ ਉਹਨਾਂ ਦੀ ਸਹਿਜ ਪਦ ਵਿੱਚ ਸਮਾਈ ਹੋਈ ਹੈ। ਗਿਆਨ ਵਿੱਚ ਸਮਾਉਣ ਕਰਕੇ ਗੁਰਮੁਖਾਂ ਦੀ ਲਿਵ ਸੱਚੀ ਹੈ। ਸਤਿਗੁਰੂ ਜੀ ਕਹਿੰਦੇ ਲਿਵ ਧਾਤ ਦੋਏ ਰਾਹ ਹੈ, ਕਿਉਂਕਿ 2 ਤਰ੍ਹਾਂ ਦੀ ਵਿਚਾਰ ਦੱਸੀ ਹੈ। ਇੱਕ ਹੈ ਭੱਜ ਦੌੜ, ਉਹਨੂੰ ਕਹਿੰਦੇ ਧਾਤ। ਧਾਵਤ ਧਾਉਂਦੇ ਰਹਿਣਾ ਕਿਸੇ ਨਾ ਕਿਸੇ ਪਾਸੇ, ਕਦੀ ਇੱਧਰ ਭੱਜ ਗਏ ਕਦੀ ਇੱਧਰ ਭੱਜਣਾ ਮਨੁੱਖ ਨੂੰ ਸਦਾ ਰਹਿੰਦੀ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ ਨਾਰਾਇਣ ਲਾਇਆ ਨਾ ਠੂੰਗੜਾ, ਪੈਰ ਕਿੱਥੇ ਰੱਖੇ। ਜਿਹਨੂੰ ਨੱਸਣ ਵਾਸਤੇ ਉਹਨੇ ਲੇਖ ਲਿਖ ਦਿੱਤਾ, ਉਹ ਇੱਕ ਥਾਂ ਰੁਕੇਗਾ ਕਿੱਥੋਂ। ਅਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹ ਲਿਵ ਤੋਂ ਭਾਵ ਹੁੰਦਾ ਇੱਕ ਥਾਂ ਟਿਕ ਜਾਣਾ। ਉਹਨਾਂ ਦੀ ਲਿਵ ਇੱਕ ਮਾਲਕ ਦੇ ਨਾਲ ਜੁੜੀ ਹੋਈ ਹੈ, ਇਸ ਕਰਕੇ ਉਹਨਾਂ ਦੀ ਕਰਨੀ ਸੱਚੀ ਹੈ।
आपे मेलै आपे कर वेखै, बिन सतगुर बूझ न पाई है। ਅਕਾਲ ਪੁਰਖ ਵਾਹਿਗੁਰੂ ਆਪ ਜਗਤ ਨੂੰ ਉਤਪਤ ਕਰਦਾ ਹੈ, ਪੈਦਾ ਕਰਦਾ ਹੈ ਤੇ ਆਪ ਹੀ ਪਾਲਦਾ ਹੈ। ਜੀਵਾਂ ਦੇ ਕਰਮ ਵੇਖਦਾ ਹੈ, ਅੰਤ ਨੂੰ ਫਿਰ ਆਪਣੇ ਵਿੱਚ ਹੀ ਮੇਲ ਲੈਂਦਾ ਹੈ। ਪਰ ਇਹ ਸਮਝ ਸਤਿਗੁਰਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਆਈ ਕੀ ਖੇਡ ਹੈ। ਜਿਵੇਂ ਮਹਾਂਪੁਰਸ਼ ਕਿਸੇ ਦਾ ਉਚਾਰਨ ਕੀਤਾ ਹੋਇਆ ਬਚਨ ਹੈ, ਕਹਿੰਦਾ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲ੍ਹਣ ਲੱਗਾ ਗਾਫਲ ਹੋ ਜਾਏ ਬੰਦਾ। ਆਪਣੀ ਚਿਤਰਾਈ ਕਰਨ ਵਾਲਾ ਰਹਿੰਦੀ ਖੁੰਦੀ ਵੀ ਆਪਣੀ ਜਿਹੜੀ ਹੈ ਸੋਝੀ ਗਵਾ ਬਹਿੰਦਾ ਹੈ। ਪਰ ਜਿਨ੍ਹਾਂ 'ਤੇ ਸਤਿਗੁਰਾਂ ਦੀ ਰਹਿਮਤ ਹੈ ਉਹਨਾਂ ਨੇ ਇਹ ਭੇਦ ਜਿਹੜਾ ਪਾ ਲਿਆ ਹੈ। ਖੇਡ ਕੀ ਹੈ? ਇਹ ਸਾਰੀ ਤਾਕਤ ਉਹਦੀ ਚੱਲ ਰਹੀ ਹੈ, ਹੋਰ ਕਿਸੇ ਦੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਜਿਨ੍ਹਾਂ ਨੂੰ ਸਮਝ ਆ ਗਈ ਉਹ ਤਾਂ ਉਹਦੇ ਨਾਲ ਜੁੜ ਗਏ, ਉਹਦੇ ਸ਼ਬਦ ਨਾਲ ਜੁੜ ਗਏ, ਅਤੇ ਦੂਜੇ ਵਿਚਾਰੇ ਦੂਜੇ ਪਾਸੇ ਭੱਜੇ ਫਿਰਦੇ ਰਹੇ, ਆਹ ਕਰ ਲਈਏ ਆਹ ਕਰ ਲਈਏ ਫਿਰ ਵੇਖਾਂਗੇ। ਅਤੇ ਜਿਹੜਾ ਹੈ ਹੀ ਕੰਮ ਹੈ, ਕੰਮ ਦਾ ਭਾਵ ਹੁੰਦਾ ਹਿੰਦੀ ਦਾ ਸ਼ਬਦ ਕੰਮ ਕਹਿੰਦੇ ਘੱਟ ਨੂੰ, ਆਹ ਚੀਜ਼ ਕੰਮ ਹੈ ਭਾਵ ਥੋੜ੍ਹੀ ਹੈ। ਜਿਹੜੀ ਹੈ ਹੀ ਕੰਮ ਉਹ ਪੂਰੀ ਕਿਵੇਂ ਹੋਵੇਗੀ? ਪੂਰਾ ਕਰਦਿਆਂ ਕਰਦਿਆਂ ਇਹਦਾ ਆਪਣਾ ਸਮਾਂ ਪੂਰਾ ਹੋ ਜਾਂਦਾ ਹੈ, ਪਰ ਉਹ ਇਹਦਾ ਕਾਰਜ ਪੂਰਾ ਨਹੀਂ ਹੁੰਦਾ ਬਿਨਾਂ ਗੁਰੂ ਦੀ ਕਿਰਪਾ ਤੋਂ। ਅਤੇ ਮਹਾਰਾਜ ਜੀ ਤਾਂ ਹੀ ਕਥਨ ਕਰਦੇ ਹਨ, ਧਰ ਜੀਅਰੇ ਇੱਕ ਤੇਗ ਤੋਂ ਲਾਹੇ ਵਡਾਣੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਜਿਨ੍ਹਾਂ ਇੱਕ ਪਾਸੇ ਆਪਣਾ ਮਨ ਟਿਕਾ ਲਿਆ ਹੈ ਉਹਨਾਂ ਦੇ ਕਾਰਜ ਉਹਨੇ ਸੰਪੂਰਨ ਕੀਤੇ ਹਨ। ਆਪਣੀ ਮਨ ਦੀ ਸੋਚ ਮਰਜ਼ੀ ਛੱਡ ਦਿੱਤੀ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਅਤੇ ਸਤਿਗੁਰੂ ਜੀ ਫਰਮਾਉਂਦੇ ਹਨ, ਇੱਕ ਗੁਰਮੁਖ ਜਨ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇੱਕ ਮਾਇਆ ਮੋਹ ਸੋਏ ਰਹੇ ਅਭਾਗੇ। ਇੱਕ ਗੁਰਮੁਖ ਜਨ ਗੁਰ ਸ਼ਬਦ ਨੂੰ ਵਿਚਾਰ ਕੇ ਸਦਾ ਹੀ ਗਿਆਨ ਜਾਗਰਤ ਵਿੱਚ ਜਾਗਦੇ ਰਹਿੰਦੇ ਹਨ। ਉਹਨਾਂ ਨੂੰ ਦੁਨਿਆਵੀ ਨੀਂਦ ਜਿਹੜੀ ਹੈ ਆਮ ਸੰਸਾਰੀ ਲੋਕਾਂ ਵਰਗੀ ਪਰੇਸ਼ਾਨ ਨਹੀਂ ਕਰਦੀ। ਐਸੇ ਮਹਾਨ ਮਹਾਂਪੁਰਖਾਂ ਦਾ ਜੀਵਨ ਮਿਲਦਾ ਹੈ ਇਤਿਹਾਸ ਵਿੱਚੋਂ, ਜਿਹੜੇ ਕਈ ਸਮਾਂ ਕਈ ਸਾਲ ਸੁੱਤੇ ਹੀ ਨਹੀਂ, ਜਾਗਦੇ ਹੀ ਰਹੇ। ਬੇਅੰਤ ਐਸੇ ਅੱਜ ਵੀ ਕਈ ਪਰਮੇਸ਼ਰ ਦੇ ਪਿਆਰੇ ਹਨ, ਪਰ ਵਿਰਲੇ ਹਨ। ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਇਸ ਕਰਕੇ ਆਮ ਲੋਕਾਂ ਦੇ ਮਨਣ ਵਿੱਚ ਗੱਲ ਆਉਂਦੀ ਨਹੀਂ ਕਿ ਇਹ ਕਿਵੇਂ ਹੋ ਸਕਦਾ ਕਿ ਨੀਂਦ ਆਵੇ ਨਾ। ਪਰ ਇਹ ਰੱਬ ਦੇ ਬੰਦਿਆਂ ਦੀ ਅਵਸਥਾ ਹੈ ਜਿਨ੍ਹਾਂ ਦੇ ਉਹ ਨਾਲ ਮਿਲਾਪ ਹੋਇਆ ਹੈ। ਉਹ ਸਦਾ ਹੀ ਉਹਦੇ ਧਿਆਨ ਵਿੱਚ ਜਾਗਦੇ ਹਨ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਅਤੇ ਖੋਟਿਆਂ ਭਾਗਾਂ ਵਾਲੇ ਮਨਮੁਖ ਮਾਇਆ ਦੇ ਮੋਹ 'ਚ ਸੌਂ ਰਹੇ ਹਨ। ਉਹ ਭਾਵੇਂ ਕਿੰਨਾ ਵੀ ਕਹਿੰਦੇ ਅਸੀਂ ਬੜਾ ਕਾਰੋਬਾਰ ਕਰ ਲਿਆ, ਬੜਾ ਆਪਣਾ ਨਾਂ ਬਣਾ ਲਿਆ, ਸਤਿਗੁਰੂ ਜੀ ਕਹਿੰਦੇ ਪੁੱਠੇ ਪਾਸੇ ਸੁੱਤੇ ਹੋਏ ਹਨ, ਚੰਗੇ ਪਾਸੇ ਵਾਲੇ ਜਾਗੇ ਹੀ ਨਹੀਂ। ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨ ਜਾਈ ਹੈ। ਉਹ ਪਰਮੇਸ਼ਰ ਆਪ ਜੀਵਾਂ ਨੂੰ ਪੈਦਾ ਕਰਦਾ ਹੈ, ਫਿਰ ਆਪ ਹੀ ਜੀਵਾਂ ਤੋਂ ਕਰਮ ਕਰਾਉਂਦਾ ਹੈ। ਜੇ ਸਤਿਗੁਰੂ ਜੀ ਕਹਿੰਦੇ ਹੋਰ ਆਪਣੇ ਆਪ ਤੋਂ ਕੁਝ ਵੀ ਨਹੀਂ ਕੀਤਾ ਜਾਂਦਾ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰਖੇ ਉਰ ਤਾਰੇ। ਜਿਨ੍ਹਾਂ ਗੁਰ ਸ਼ਬਦੀਆਂ ਨੇ ਹਰੀ ਦਾ ਨਾਮ ਹਿਰਦੇ ਵਿੱਚ ਧਾਰ ਰੱਖਿਆ ਹੈ, ਉਹਨਾਂ ਨੇ ਕਾਲ ਨੂੰ ਮਾਰ ਕੇ ਨਿਵਰਤ ਕਰ ਦਿੱਤਾ ਹੈ। ਉਹ ਸਮੇਂ ਦੇ ਵੱਸ ਨਹੀਂ, ਸਮਾਂ ਉਹਨਾਂ ਆਪਣੇ ਵੱਸ ਕਰ ਲਿਆ ਹੈ। ਬਾਕੀ ਸੰਸਾਰ ਜਿਹੜਾ ਹੈ ਤਿੰਨਾਂ ਦੇਵਤਿਆਂ ਤੱਕ ਇਹ ਸਾਰੇ ਕਾਲ ਦੇ ਵੱਸ ਹਨ, ਸਮੇਂ ਦੇ ਵੱਸ ਹਨ। ਸਾਰਿਆਂ ਦਾ ਸਮਾਂ ਹੈ। ਇਹ ਜ਼ਰੂਰ ਹੈ ਕਿਸੇ ਦਾ ਸਮਾਂ ਵੱਧ ਹੈ, ਕਿਸੇ ਦਾ ਥੋੜ੍ਹਾ ਹੈ, ਸਾਰੇ ਸਮੇਂ ਅਨੁਸਾਰ ਆਏ ਹਨ।
ਸਤਿਗੁਰੂ ਜੀ ਕਹਿੰਦੇ ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਹੀ ਤਮਾਸ਼ਾ ਰਚਿਆ ਹੋਇਆ, ਉਹਨੇ ਆਪਣੀ ਖੇਡ ਬਣਾਈ ਹੈ ਸਾਰੇ ਸਮੇਂ ਦੇ ਵਾਸ ਹਨ। ਸਮਾਂ ਆਇਆ ਤੇ ਸਾਰਿਆਂ ਨੂੰ ਇੱਥੋਂ ਤੁਰਨਾ ਪੈਂਦਾ ਹੈ, ਤੇ ਪਰ ਜਿਹੜੇ ਰੱਬ ਦੇ ਪਿਆਰੇ ਹਨ ਉਹ ਕਾਲ ਦੇ ਵਸ ਨਹੀਂ, ਉਹ ਅਕਾਲ ਦਾ ਨਾਮ ਜਪ ਕੇ ਤੇ ਉਹ ਅਕਾਲ ਤੋਂ ਰਹਿਤ ਅਕਾਲ ਦੇ ਹੋ ਜਾਂਦੇ ਹਨ। ਤੇ ਉਹਨਾਂ ਨੂੰ ਇਹ ਫਿਰ ਪਤਾ ਹੈ ਸਤਿ ਸ੍ਰੀ ਅਕਾਲ। ਅਸੀਂ ਤੇ ਸਤਿ ਸ੍ਰੀ ਅਕਾਲ ਵੀ ਸਿੱਧੀ ਜਿਹੜੀ ਹੈ ਪੂਰੀ ਸਹੀ ਨਹੀਂ ਬੋਲਦੇ, ਸਤਿ ਸ੍ਰੀ ਅਕਾਲ ਹੀ ਕਹਿ ਦਿੰਦੇ। ਅੱਜ ਕੱਲ੍ਹ ਪੜ੍ਹੇ ਲਿਖੇ ਸਤਿ ਸ੍ਰੀ ਅਕਾਲ ਵੀ ਨਹੀਂ ਕਹਿੰਦੇ, ਕਹਿੰਦੇ ਸਤਿ ਸ਼੍ਰੀ ਅਕਾਲ। ਉਹ ਪਤਾ ਨਹੀਂ ਲੱਗਦਾ ਕਿਸੇ ਦਾ ਨਾਂ ਸੱਚੀ ਬੋਲ ਰਿਹਾ ਕਿ ਸਤਿ ਸ੍ਰੀ ਅਕਾਲ ਕਹਿ ਰਿਹਾ। ਇਹ ਇੱਕ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਨਾ, ਸਤਿ ਸ੍ਰੀ ਅਕਾਲ ਇਹ ਪਰਮੇਸ਼ਰ ਨੇ ਕਿਰਪਾ ਕੀਤੀ ਤੇ ਗੁਰੂ ਸਾਹਿਬਾਂ ਨੇ ਆਪਣੀਆਂ ਪ੍ਰੇਮੀ ਸੰਗਤਾਂ ਨੂੰ ਦੱਸਣਾ ਕੀਤਾ। ਭਾਈ ਜਦੋਂ ਵੀ ਕੋਈ ਕਾਰਜ ਆਰੰਭ ਕਰਨਾ ਹੈ, ਸੰਪੂਰਨ ਹੁੰਦਾ ਹੈ, ਉਦੋਂ ਇਹ ਜਕਾਰਾ ਜਿਹੜਾ ਵਰਤਿਆ ਜਾਂਦਾ। ਐਵੇਂ ਫਾਲਤੂ ਵੀ ਜਿਹੜਾ ਸਮੇਂ 'ਤੇ ਐਵੇਂ ਛੱਡੀ ਜਾਣੇ, ਉਹ ਆਮ ਬੰਦੇ ਵਾਸਤੇ ਐਵੇਂ ਇੱਕ ਵੱਖਰੀ ਗੱਲ ਲੱਗਦੀ ਹੈ, ਪਰ ਕਿਸੇ ਅਰਥ 'ਤੇ ਉਹ ਕੰਮ ਹੋਵੇ ਤਾਂ ਉਹ ਸੋਭਦਾ ਹੈ। ਇਸ ਕਰਕੇ ਜਿਨ੍ਹਾਂ ਗੁਰਸ਼ਬਦੀਆਂ ਨੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਿਆ ਹੈ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਅਵਸਥਾ ਬਣਦੀ ਹੈ। ਉਹ ਕਹਿੰਦੇ ਉਹ ਸੱਚ ਹੈ, ਅਕਾਲ ਪੁਰਖ ਜਿਹੜਾ ਸਦਾ ਹੀ ਸੱਚ ਹੈ, ਸਤਿ ਸ੍ਰੀ ਅਕਾਲ। ਇਸ ਕਰਕੇ ਛੇਵੇਂ ਪਾਤਸ਼ਾਹ ਦੇ ਵੇਲੇ ਤੋਂ ਇਹ ਬਚਨ ਚੱਲਦਾ ਸੀ, ਸਤਿ ਸ੍ਰੀ ਅਕਾਲ ਗੁਰਬਰ ਅਕਾਲ। ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਵਿੱਚ ਵੀ ਗੁਰਬਰ ਅਕਾਲ ਦਾ ਜ਼ਿਕਰ ਕੀਤਾ ਹੈ। ਉਹ ਪਰਮੇਸ਼ਰ ਅਕਾਲ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ, ਉਹਦੀ ਵੱਡੀ ਤਾਕਤ ਹੈ, ਉਹਦਾ ਕੀਤਾ ਸਭ ਕੁਝ ਹੋ ਰਿਹਾ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰਖੈ ਔਰ ਤਾਰੇ। ਜਿਨ੍ਹਾਂ ਗੁਰ ਸ਼ਬਦੀਆਂ ਨੇ ਹਰੀ ਦਾ ਨਾਮ ਹਿਰਦੇ ਵਿੱਚ ਧਾਰ ਰੱਖਿਆ, ਉਹਨਾਂ ਨੇ ਕਾਲ ਨੂੰ ਮਾਰ ਕੇ ਨਿਵਰਤ ਕਰ ਦਿੱਤਾ ਹੈ, ਭਾਵ ਆਪਣੇ ਤੋਂ ਦੂਰ ਕਰ ਦਿੱਤਾ ਹੈ। ਕਾਲ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ, ਉਹਦੇ ਸਮੇਂ ਨੂੰ ਬਦਲ ਦਿੰਦੇ ਹਨ, ਸਮਾਂ ਉਹਨਾਂ ਦਾ ਕੁਝ ਤਬਦੀਲ ਨਹੀਂ ਕਰ ਸਕਦਾ। ਤਾਂ ਹੀ ਵਿਦਵਾਨਾਂ ਨੇ ਕਥਨ ਕੀਤਾ, ਇੱਕ ਮਨੁੱਖ ਉਹ ਹਨ ਜਿਹੜੇ ਸਮੇਂ ਦੇ ਅਨੁਸਾਰ ਚੱਲਦੇ ਹਨ, ਇੱਕ ਉਹ ਹਨ ਜਿਹੜੇ ਸਮੇਂ ਨੂੰ ਬਦਲ ਦਿੰਦੇ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਪਰਮੇਸ਼ਰ ਦੇ ਪਿਆਰੇ ਜਾਣਦੇ ਹਨ। ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੈ ਨਾਮ ਸਮਾਈ ਹੈ। ਕਹਿੰਦੇ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਤੋਂ ਆਤਮ ਸੁਖ ਪਾਇਆ ਹੈ। ਆਤਮ ਸੁਖ ਜਿਹਨੂੰ ਮਿਲ ਗਿਆ ਉਹਨੂੰ ਸਾਰੇ ਸੁਖ ਮਿਲ ਗਏ। ਜੇ ਆਤਮਾ ਸੁਖੀ ਨਹੀਂ ਤੇ ਬਾਹਰ ਭਾਵੇਂ ਸਾਰੇ ਸੁਖ ਹੋਣ, ਉਹਨੂੰ ਕੋਈ ਲਾਭ ਨਹੀਂ। ਅੰਦਰੋਂ ਆਤਮਾ ਕਲਪਦੀ ਰਹਿੰਦੀ ਹੈ। ਇਹ ਬਿਨਾਂ ਗੁਰੂ ਦੀ ਬੰਦਗੀ ਤੋਂ, ਬਿਨਾਂ ਦਿੱਤੇ ਹੋਏ ਉਪਦੇਸ਼ ਤੋਂ ਬਿਨਾਂ ਇਹ ਆਤਮਾ ਨੂੰ ਸੁਖ ਨਹੀਂ ਮਿਲਦਾ। ਹਰੀ ਦੇ ਨਾਮ ਸਿਮਰਨ ਵਿੱਚ ਸਮਾਈ ਕੀਤੀ ਹੈ ਉਹਨਾਂ ਗੁਰਮੁਖਾਂ ਨੇ, ਤੇ ਨਾਮ ਦੇ ਨਾਲ ਮਿਲਣ ਕਰਕੇ ਉਹਨਾਂ ਨੂੰ ਇਹ ਆਤਮਾ ਵਾਲਾ ਸੁਖ ਮਿਲਿਆ ਹੈ। ਦੂਜੇ ਪਾਏ ਫਿਰੈ ਦੇਵਾਨੀ, ਮਾਇਆ ਮੋਹਿ ਦੁਖ ਮਾਹੇ ਸਮਾਨੇ। ਦਵੈਤ ਭਾਵ, ਦੂਜਾ ਭਾਵ, ਦੂਜੇ ਭਾਵ ਤੋਂ ਜਿਹੜੇ ਗੁਰੂ ਨੇ ਗੱਲ ਕਹੀ ਹੈ, ਗੁਰੂ ਨੇ ਭਾਵ ਦੱਸਿਆ, ਉਹ ਮੰਨਣਾ ਨਹੀਂ, ਕਰਨਾ ਨਹੀਂ। ਤੇ ਜਿਹੜਾ ਹੋਰ ਕੋਈ ਕਹਿੰਦਾ ਉਹ ਕਰਨਾ, ਇਹਨੂੰ ਕਹਿੰਦੇ ਦਵੈਤ ਭਾਵ, ਦੁਬਿਧਾ ਵਾਲਾ ਰਸਤਾ। ਦੋ ਵਿਧਾ ਕਿ ਦੋ ਵਿਧਾ, ਦੂਜੀ ਜਿਹੜੀ ਵਿਧੀ ਹੈ ਉਹ ਕਰਨੀ, ਜਿਹੜੀ ਗੁਰੂ ਨੇ ਕਹੀ ਉਹ ਨਹੀਂ ਕਰਦੇ। ਇਸ ਕਰਕੇ ਦੇਵਾਨੀ ਤੋਂ ਭਾਵ ਕਿ ਬੌਰੇ ਹੋ ਜਾਣਾ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਸ ਦਵੈਤ ਭਾਵ ਕਰਕੇ ਸਾਰੀ ਦੁਨੀਆ ਦੀਵਾਨੀ ਹੋਈ ਫਿਰਦੀ ਹੈ। ਆਪਣੇ ਆਪ ਦੁਨੀਆ ਕਹਿੰਦੀ ਅਸੀਂ ਬੜੇ ਸਿਆਣੇ, ਬੜੀ ਤਰੱਕੀ ਹੈ, ਪਰ ਪਰਮੇਸ਼ਰ ਕਹਿੰਦਾ ਜਿਹੜੇ ਆਪਣੇ ਟਿਕਾਣੇ ਤੋਂ ਤਾਂ ਉਹੀ ਹਿੱਲ ਗਏ। ਤੇ ਸਿਆਣਪ ਕਾਹਦੀ ਹੈ? ਜਿਆਦੀ ਸਿਆਣਪ ਹੀ ਜਮਾ ਦਾ ਡਰ ਹੈ। ਬਹੁਤ ਸਿਆਣਪ ਜਮ ਕਾ ਭਾਉ ਵਿਆਪੈ। ਸਿਆਣਪ ਉਹ ਹੈ ਜਿਹਨੇ ਗੁਰੂ ਦੇ ਹੁਕਮ ਨੂੰ ਸਿਆਣ ਲਿਆ ਤੇ ਪੂਰੇ ਗੁਰੂ ਦੀ ਪਛਾਣ ਕਰ ਲਈ। ਇਹਦੇ ਵਰਗਾ ਹੋਰ ਕੋਈ ਨਹੀਂ। ਇਹਨੂੰ ਛੱਡ ਕੇ ਮੈਂ ਹੋਰ ਨਾ ਕੋਲੋਂ ਜਾ ਕੇ ਅਰਦਾਸਾਂ ਨਹੀਂ ਕਰਨੀਆਂ, ਹੋਰ ਥਾਂ 'ਤੇ ਮੱਥੇ ਨਹੀਂ ਰਗੜਨੇ।
ਤੇ ਨਾ ਹੀ ਕਿਸੇ ਨੂੰ ਮਾੜਾ ਕਹਿਣਾ। ਉਹਨੇ ਆਪਣਾ ਨਿਸ਼ਾਨਾ ਸਹੀ ਰੱਖਿਆ ਹੈ। ਇਹ ਦੁਨੀਆ ਦੀਵਾਨੀ ਹੋਈ ਫਿਰਦੀ ਹੈ ਤੇ ਮਾਇਆ ਦੇ ਮੋਹ ਕਰਕੇ ਦੁੱਖ ਵਿੱਚ ਸਮਾਈ ਹੋਈ ਹੈ। ਗੁਰਮੁਖਾਂ ਨੇ ਆਤਮ ਆਪਣੀ ਨੂੰ ਆਤਮ ਸੁੱਖ ਵਿੱਚ ਲੈ ਕੇ ਪ੍ਰਾਪਤ ਕਰ ਲਿਆ ਹੈ। ਆਤਮਾ ਨੂੰ ਸੁੱਖ ਦੇ ਦਿੱਤਾ ਹੈ। ਤੇ ਦੁਨਿਆਵੀ ਜਿਹੜੇ ਲੋਕ ਹਨ ਇਹ ਮਾਇਆ ਦੇ ਮੋਹ ਕਰਕੇ ਦੁੱਖ ਵਿੱਚ ਸਮਾਏ ਰਹਿੰਦੇ ਹਨ। ਤੇ ਦੁਨੀਆ ਦਾ ਭਾਵ ਹੀ ਇਹ ਹੀ ਬਣਦਾ ਹੈ ਕਿ ਦੋ ਨੀਹਾਂ, ਦੋ ਤਰ੍ਹਾਂ ਦੀਆਂ ਨੀਹਾਂ, ਦੋ ਤਰ੍ਹਾਂ ਦੇ ਉਹ ਜਿਹੜੇ ਕੋਈ ਮਹਿਲ ਬਣਦੇ ਹਨ, ਕੋਈ ਘਰ ਬਣਦੇ ਹਨ। ਇੱਕ ਦੁਬਿਧਾ ਦਾ ਘਰ ਹੈ, ਇੱਕ ਏਕਤਾ ਦਾ ਘਰ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸਾਡਾ ਏਕਤਾ ਵਾਲਾ ਜਿਹੜਾ ਨਿਸ਼ਾਨਾ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਜੋਗੀਆਂ ਨੇ ਕਿਹਾ ਸੀ ਮਹਾਰਾਜ ਜੇ ਤੁਸੀਂ ਪਰਮੇਸ਼ਰ ਨੂੰ ਮੰਨਦੇ ਹੋ ਤੇ ਤੁਹਾਡਾ ਵੱਡਾ ਪੰਥ ਕਿਹੜਾ ਹੈ? ਸਤਿਗੁਰੂ ਜੀ ਕਹਿੰਦੇ ਕਿਉਂ? ਕਹਿੰਦੇ ਜੀ ਜੋਗੀਆਂ ਦੇ 12 ਪੰਥ ਹਨ, ਉਹਨਾਂ ਵਿੱਚੋਂ ਇੱਕ ਆਈ ਪੰਥ ਕਿਹਾ ਜਾਂਦਾ ਹੈ, ਜਿਹੜਾ ਜੋਗੀਆਂ ਦੇ ਸਭ ਤੋਂ ਵੱਡਾ ਪੰਥ ਮੰਨਿਆ ਜਾਂਦਾ ਹੈ। ਜੋਗੀ ਕਹਿੰਦੇ ਜਿਹੜਾ ਜੁੜਿਆ ਹੈ ਜੁਗਤੀ ਨਾਲ। ਤੇ ਸਤਿਗੁਰੂ ਜੀ ਕਹਿੰਦੇ ਸਾਡਾ ਆਈ ਪੰਥੀ ਇਹੀ ਹੈ ਕਿ ਜਿਹੜਾ ਵੀ ਆ ਜਾਵੇ ਉਹੀ ਇਸ ਪੰਥ ਵਿੱਚ ਰਲ ਸਕਦਾ ਹੈ, ਜਿਹੜਾ ਇਹਨਾਂ ਰਹਿਣੀ ਬਹਿਣੀ ਨੂੰ ਧਾਰਨ ਕਰ ਲਵੇ, ਗੁਣਾਂ ਨੂੰ ਧਾਰ ਲਵੇ, ਉਹਨੂੰ ਨਾਲ ਰਲਾਇਆ ਜਾਂਦਾ ਹੈ। ਇੱਥੇ ਕੋਈ ਵਿਤਕਰਾ ਨਹੀਂ। ਇੱਥੇ ਬਚਨ ਹੈ ਸਤ ਉਪਦੇਸ਼ ਦਾ। ਸਤ ਬਚਨ ਕਹਿ ਕੇ ਉਹਨੂੰ ਮੰਨ ਲੈਣਾ, ਉਹਦੀ ਇੱਥੇ ਸਮਾਈ ਹੁੰਦੀ ਹੈ। ਦੋ ਨੀਹਾਂ ਭਾਵ ਦੁਨੀਆ ਦੇ ਵਿੱਚੋਂ ਫਿਰ ਉਹ ਅਸਲ ਨੀਂਹ ਨੂੰ ਪਛਾਣ ਲੈਂਦਾ ਹੈ, ਅਸਲ ਰਸਤੇ ਨੂੰ ਪਛਾਣ ਲੈਂਦਾ ਹੈ। ਜਦੋਂ ਰਸਤਾ ਲੱਭ ਗਿਆ ਤੇ ਮੰਜ਼ਿਲ 'ਤੇ ਵੀ ਜਾਣ ਦਾ ਫਿਰ ਅਨੁਮਾਨ ਹੋ ਜਾਂਦਾ ਹੈ। ਜੇ ਰਸਤਾ ਹੀ ਹੋਰ ਹੈ, ਉਲਟਾ ਹੈ, ਤੇ ਉਹ ਟਿਕਾਣਾ ਕਿਵੇਂ ਮਿਲੇਗਾ? ਸਤਿਗੁਰੂ ਜੀ ਕਹਿੰਦੇ ਉਸ ਗੱਲ ਨੂੰ ਮੰਨਿਆ ਨਹੀਂ ਤੇ ਕਰਦਾ ਕੀ ਹੈ ਜੀਵ? ਬਹੁਤੇ ਭੇਖ ਕਰੈ ਨ ਪਾਏ, ਬਿਨ ਸਤਿਗੁਰ ਸੁਖ ਨ ਪਾਈ ਹੈ। ਬਹੁਤੀਆਂ ਭੇਖਾਂ ਕਰਕੇ ਪਰਮੇਸ਼ਰ ਨੂੰ ਕੋਈ ਨਹੀਂ ਪਾਉਂਦਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਰਹਿਤ ਬਖਸ਼ੀ ਹੈ ਤੇ ਇਹ ਕਿਹਾ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ, ਸੋਏ ਸਾਹਿਬ ਮੈਂ ਉਸਕਾ ਚਿਹਰਾ। ਤੇ ਨਾਲ ਇਹ ਵੀ ਕਿਹਾ ਜੇ ਬਾਹਰਲਾ ਹੀ ਭੇਖ ਹੈ ਤੇ ਮੇਰਾ ਸਿੱਖ ਨਹੀਂ, ਮੈਂ ਉਹਨੂੰ ਦਰਸ਼ਨ ਨਹੀਂ ਹੋ ਸਕਦੇ। ਭਾਵੇਂ ਉਹ ਕਹੇ ਮੈਨੂੰ ਫਲਾਣਾ ਦਿਸ ਪਿਆ, ਫਲਾਣੇ ਦੇ ਦਰਸ਼ਨ ਹੁੰਦੇ ਹਨ, ਪਰ ਸਤਿਗੁਰੂ ਕਹਿੰਦੇ ਨਹੀਂ। ਕਹਿੰਦੇ ਕੇਸ ਤਰੇ ਪਹੁਲ ਬਿਨਾ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗੇ ਭਿੱਖ। ਹੁਣ ਸਤਿਗੁਰੂ ਜੀ ਕਹਿੰਦੇ ਪਾਪੀ ਇਹ ਭਿੱਖਿਆ ਮੰਗਣ ਵਾਲਾ ਹੋਰ ਥਾਂ ਥਾਂ ਤੋਂ ਉਹਦੇ ਬਰਾਬਰ ਹੈ, ਤੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਜਿਹਨੇ ਬਾਹਰੋਂ ਭੇਖ ਰੱਖਿਆ ਤੇ ਅੰਦਰੋਂ ਕੁਝ ਹੋਰ ਹੈ, ਤੇ ਉਹਨੇ ਅੰਦਰ ਦੀ ਗੱਲ ਪਹਿਲਾਂ ਵੇਖਣੀ, ਇਹਦੇ ਅੰਦਰ ਕੀ ਹੈ। ਜੋ ਮਿਲਣਾ ਹੈ ਅੰਦਰ ਦੀ ਭਾਵਨਾ ਅਨੁਸਾਰ ਮਿਲਣਾ ਹੈ, ਬਾਹਰੋਂ ਭਾਵੇਂ ਕੁਝ ਵੀ ਕਰਦਾ ਰਹੇ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਆਮ ਸੰਸਾਰ ਦੇ ਜੀਵਾਂ ਨੇ ਬਹੁਤੇ ਭੇਖ ਧਾਰਨਾ ਕਰ ਲਏ, ਬਹੁਤੀ ਬਣਤ ਬਣਾ ਲਈ। ਜਿਹੜਾ ਪਰਮੇਸ਼ਰ ਦਾ ਪਿਆਰਾ ਉਹ ਕਹਿੰਦਾ ਜਿੰਨੀ ਗੁਰੂ ਨੇ ਰਹਿਤ ਬਖਸ਼ੀ ਓਨੀ ਨਿਭ ਜਾਵੇ ਬੜੀ ਹੈ। ਤੇ ਜ਼ਿਆਦਾ ਇਹਦੋਂ ਵੱਧ ਵੀ ਹੋਰ ਭੇਖ ਕਰਨਾ ਮੁੜ ਕੇ ਰਹਿੰਦਾ ਨਹੀਂ, ਪਹਿਲਾਂ ਵੀ ਗਵਾ ਲੈਂਦਾ ਹੈ। ਜੇ ਸਿਆਣਿਆਂ ਦਾ ਕਥਨ ਹੈ ਬਹੁਤਾ ਖਾਂਦੀ ਥੋੜਿਓਂ ਹੀ ਜਾਂਦੀ। ਤੇ ਜੇ ਸਬਰ ਸੰਤੋਖ ਵਿੱਚ ਰਹੇ ਜੋ ਗੁਰੂ ਨੇ ਕਿਹਾ ਹੈ ਓਨਾ ਹੀ ਨਿਭ ਜਾਵੇ ਤੇ ਬਹੁਤ ਵੱਡੀ ਗੱਲ ਹੈ। ਬਹੁਤੀਆਂ ਭੇਖਾਂ ਕਰਕੇ ਪਰਮੇਸ਼ਰ ਨੂੰ ਕੋਈ ਨਹੀਂ ਪਾਉਂਦਾ, ਕਿਉਂਕਿ ਭੇਖ ਦਾ ਭਾਵ ਹੁੰਦਾ ਇੱਕ ਵਿਖਾਵਾ। ਇਹ ਪਤਾ ਲੱਗ ਜਾਵੇ ਕਿਹੜੇ ਧਰਮ ਦੇ ਨਾਲ ਸੰਬੰਧ ਹੈ ਇਹਦਾ। ਤੇ ਹੁਣ ਸਤਿਗੁਰੂ ਨੇ ਨਿਰੇ ਭੇਖ ਤੇ ਨਹੀਂ, ਉਹਨੇ ਵੇਖਣਾ ਇਹਦੇ ਅੰਦਰ ਕੀ ਹੈ। ਇਹਨੇ ਭੇਖ ਵਾਲਾ ਕੰਮ ਉਹ ਫਰਜ਼ ਆਪਣਾ ਨਿਭਾਇਆ ਵੀ ਹੈ ਕਿ ਨਹੀਂ। ਅਤੇ ਸਤਿਗੁਰਾਂ ਤੋਂ ਬਿਨਾਂ ਇਹ ਜੀਵ ਇਸਤਰੀ ਸੁੱਖ ਨੂੰ ਨਹੀਂ ਪਾਉਂਦੀ। ਹੁਣ ਕਿੰਨਿਆਂ ਲੋਕਾਂ ਨੇ ਲਿਖ ਦਿੱਤਾ ਖਾਲਸਾ ਸਟੋਰ, ਖਾਲਸਾ ਡੇਅਰੀ, ਖਾਲਸਾ ਫਲਾਨੀ ਚੀਜ਼, ਖਾਲਸਾ ਮੈਡੀਕਲ। ਪਰ ਖਾਲਸਾ ਉਹ ਹੈ ਜਿਹਦੇ ਵਿੱਚ ਕੋਈ ਹੇਰਾਫੇਰੀ ਨਹੀਂ, ਕੋਈ ਮਿਲਾਵਟ ਨਹੀਂ। ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਪਾਸੇ ਉਹ ਖਿਆਲ ਨਹੀਂ ਕਰਦਾ। ਖਾਲਸਾ ਖਾਸ ਕਹਾਵੇ ਸੋਈ, ਜਾਂ ਕਿ ਹਿਰਦੇ ਭਰਮ ਨਾ ਹੋਈ। ਇਸ ਕਰਕੇ ਜਿਹਦਾ ਭਰਮ ਭੁਲੇਖਾ ਨਿਕਲ ਗਿਆ, ਜਿਹਨੂੰ ਪਛਾਣ ਆ ਗਈ ਆਪਣੇ ਰਾਹ ਦੀ ਤੇ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ, ਆਪਣੇ ਗੁਰੂ ਦੀ ਪਛਾਣ ਕਰਕੇ ਉਹ ਖਾਲਸਾ ਹੈ। ਤੇ ਖਾਲਸੇ ਦਾ ਅਰਥ ਇਹ ਵੀ ਬਣਦਾ ਹੈ ਜਿਹਦਾ ਸਿੱਧਾ ਪਰਮੇਸ਼ਰ ਨਾਲ ਸੰਬੰਧ ਹੈ। ਜਿਵੇਂ ਕੋਈ ਖਾਲਸ ਜਾਇਦਾਦ ਹੁੰਦੀ ਹੈ, ਉਹ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ, ਉਹਦੇ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਤਿਗੁਰਾਂ ਕਿਹਾ ਜਿਹੜਾ ਖਾਲਸਾ ਹੈ ਪਰਮੇਸ਼ਰ ਦੀ ਕਿਰਪਾ ਨਾਲ
ਉਹਦੀ ਮੌਜ ਦੇ ਨਾਲ ਇਹਨੂੰ ਬਣਾਇਆ ਗਿਆ ਹੈ ਅਤੇ ਖਾਲਸਾ ਪਰਮੇਸ਼ਰ ਦਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਰਚਿਓ ਖਾਲਸਾ ਪਰਮਾਤਮਾ ਕੀ ਮੌਜ। ਅਤੇ ਇਸ ਕਰਕੇ ਜੇ ਖਾਲਸੇ ਵਾਲੇ ਕੰਮ ਕਰੇਗਾ ਉਹ ਖਾਲਸਾ ਹੈ, ਅਤੇ ਜੇ ਰਹਿਣੀ ਬਹਿਣੀ ਵੀ ਨਹੀਂ ਧਾਰੀ ਤਾਂ ਵੀ ਅਧੂਰਾ ਹੈ, ਅਤੇ ਜੇ ਰਹਿਣੀ ਬਹਿਣੀ ਰੱਖ ਕੇ ਕੰਮ ਹੋਰ ਕੀਤੇ ਤਾਂ ਵੀ ਉਹ ਅਧੂਰਾ ਹੈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਪੂਰੇ ਗੁਰਾਂ ਦੀ ਸਿੱਖਿਆ ਦੇ ਨਾਲ ਸਦਾ ਚੱਲੇਗਾ ਤਾਂ ਹੀ ਗੱਲ ਬਣਦੀ ਹੈ, ਨਹੀਂ ਤੇ ਐਵੇਂ ਵਿਅਰਥ ਹੈ। ਕਿਸ ਨੂੰ ਕਹੀਏ ਜਾਂ ਆਪ ਕਰਾਏ, ਜਿਤ ਪਾਵੈ ਤਿਤ ਰਾਏ ਚਲਾਏ। ਹੁਣ ਕਹਿੰਦੇ ਦੋਸ਼ ਦੀ ਗੱਲ ਕਿਸ ਨੂੰ ਕਹੀਏ, ਕਿਹਨੂੰ ਲਾਮਾ ਦਈਏ, ਕਿਹਨੂੰ ਦੋਸ਼ ਦਈਏ, ਜਦ ਕਿ ਉਹ ਪ੍ਰਭੂ ਆਪ ਹੀ ਸਭ ਕੁਝ ਕਰਾਉਂਦਾ ਹੈ। ਹੁਣ ਇੱਥੇ ਇਹ ਨਹੀਂ ਕਿਹਾ ਜੇ ਆਪ ਸਭ ਕੁਝ ਕਰਾਉਂਦਾ ਮੈਂ ਨਾ ਕੁਝ ਕਰਾਂ। ਕਹਿੰਦੇ ਜਿਹੜਾ ਤੂੰ ਕਿਸੇ ਨੂੰ ਮਾੜਾ ਕਹਿੰਦਾ ਹੈ ਉਹਦੇ ਔਗਣ ਨਾ ਚਿਤਾਰ। ਉੱਥੇ ਇਹ ਗੱਲ ਕਹਿਣੀ ਹੈ ਕਿ ਪਰਮੇਸ਼ਰ ਇਹਨਾਂ ਨੂੰ ਸੋਝੀ ਬਖਸ਼ੇ, ਉਹਦਾ ਕੀਤਾ ਸਭ ਕੁਝ ਹੁੰਦਾ ਹੈ। ਅਤੇ ਆਪ ਇਵੇਂ ਕਰ ਜਿਵੇਂ ਭੁੱਖ ਲੱਗਦੀ ਹੈ ਅਤੇ ਉੱਠ ਕੇ ਆਪ ਪ੍ਰਸ਼ਾਦਿਆਂ ਵਾਲੇ ਪਾਸੇ ਮਨੁੱਖ ਦੌੜਦਾ ਹੈ। ਇੱਥੋਂ ਤੱਕ ਸਬਰ ਨਹੀਂ ਹੁੰਦਾ, ਆਪ ਦਵਾ ਦਵ ਭਾਂਡੇ ਫੜਦਾ ਹੈ ਕਿ ਛੇਤੀ ਮੈਂ ਕੁਝ ਛਕ ਲਵਾਂ। ਉਦੋਂ ਨਹੀਂ ਕਹਿੰਦਾ ਪਰਮੇਸ਼ਰ ਕਰਾਵੇਗਾ ਅਤੇ ਕਰਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿਸੇ ਨੂੰ ਉਲਾਂਭਾ ਨਹੀਂ ਦੇਣਾ ਚਾਹੀਦਾ, ਆਪਣਾ ਕੀਤਾ ਉਹਦਾ ਹੀ ਫਲ ਮਿਲਦਾ ਹੈ। ਜਿੱਧਰ ਚਾਹੁੰਦਾ ਹੈ ਉਸੇ ਰਾਏ ਤੋਰਦਾ ਹੈ, ਅਤੇ ਕਿਸੇ ਵੱਲ ਵੇਖ ਕੇ ਉਹਦੇ ਦੋਸ਼ ਨਾ ਕੱਢ, ਆਪਣੇ ਦੋਸ਼ ਵੇਖਣਾ ਕਰ ਕਿ ਮੈਂ ਉਹਦੇ ਔਗਣ ਵੇਖ ਰਿਹਾ, ਉਹ ਮਾੜਾ ਕੰਮ ਕਰਦਾ, ਕਿਤੇ ਮੈਂ ਉਹਦੇ ਨਾਲੋਂ ਜ਼ਿਆਦਾ ਤਾਂ ਨਹੀਂ ਪਾਪੀ। ਕਿਸੇ ਵੇਲੇ ਇੱਕ ਉਂਗਲ ਕਰੀਏ ਅਤੇ ਇੱਕ ਉਂਗਲ ਕਿਸੇ ਵੇਲੇ ਕਰਨ ਕਰਕੇ ਆਪਣੇ ਵੱਲੇ ਵੱਧ ਹੋ ਜਾਂਦੀਆਂ ਹਨ। ਇਸ ਕਰਕੇ ਕਹਿੰਦੇ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲੈ, ਅਤੇ ਆਪਣੇ ਅੰਦਰ ਝਾਤੀ ਮਾਰ ਲਈ ਅਤੇ ਫਿਰ ਬੁਰਾ ਕੋਈ ਦਿਸਣਾ ਹੀ ਨਹੀਂ, ਕਿਉਂਕਿ ਜਿਹੋ ਜਿਹੀ ਦ੍ਰਿਸ਼ਟੀ ਉਹੋ ਜਿਹੀ ਸ੍ਰਿਸ਼ਟੀ, ਜਿਹੋ ਜਿਹੀ ਨਿਗਾਹ ਹੈ ਉਹੋ ਜਿਹਾ ਅੱਗੇ ਨਜ਼ਰ ਆਵੇਗਾ। ਸਤਿਗੁਰੂ ਜੀ ਕਥਨ ਕਰਦੇ ਹਨ, ਆਪੇ ਮਿਹਰਬਾਨ ਸੁਖ ਦਾਤਾ, ਜਿਉ ਭਾਵੈ ਤਿਵੇਂ ਚਲਾਏ ਹੈ। ਉਹ ਮਿਹਰਬਾਨ, ਸਦਾ ਹੀ ਮਿਹਰ ਕਰਨ ਵਾਲਾ ਪਰਮੇਸ਼ਰ ਪਰਮਾਤਮਾ ਆਪ ਹੀ ਸੁੱਖਾਂ ਦਾ ਦਾਤਾ ਹੈ। ਸਦਾ ਸੱਚਾ ਸੁੱਖ ਦੇ ਸਕਦਾ ਹੈ ਅਤੇ ਪਰਮਾਤਮਾ ਦੇ ਸਕਦਾ ਹੈ, ਹੋਰ ਕਿਸੇ ਕੋਲੋਂ ਸੱਚਾ ਸੁੱਖ ਨਹੀਂ। ਉਹ ਤਾਂ ਆਪ ਮੰਗਤੇ ਹਨ, ਅੱਗੇ ਉਹ ਮੰਗ ਕੇ ਲੈਂਦੇ ਹਨ। ਇਸ ਕਰਕੇ ਜਿਹੜਾ ਇਸ ਚੀਜ਼ ਦੀ ਦਾਤ ਵੰਡ ਸਕਦਾ ਹੈ ਦਾਤਾ ਉਹਦੇ ਕੋਲੋਂ ਮੰਗੀ ਹੈ। ਅਤੇ ਭਾਈ ਗੁਰਦਾਸ ਨੇ ਤਾਂ ਹੀ ਕਿਹਾ ਭਾਈ ਉੱਥੋਂ ਮੰਗਣ ਜਾਓ ਜਿਹੜਾ ਮੁੜ ਕੇ ਹੋਰ ਕਿਸੇ ਥਾਂ ਮੰਗਣਾ ਨਾ ਪਵੇ। ਸੀਸ ਉੱਥੇ ਝੁਕਾਓ, ਸੀਸ ਥਾਂ ਥਾਂ 'ਤੇ ਸੁੱਟਣਾ ਨਾ ਪਵੇ। ਇਸ ਕਰਕੇ ਜਿਵੇਂ ਉਹ ਚਾਹੁੰਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈ, ਅਤੇ ਉਹਦੇ ਨਾਲ ਜੁੜਨਾ ਕਰੀਏ ਜੇ ਉਹਦੀ ਗੱਲ ਹੀ ਸਾਰੀ ਸ਼ਕਤੀ ਵਰਤਣੀ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਸੰਜਮ ਆਪੇ ਜੁਗਤਾ। ਆਪ ਹੀ ਕਰਮਾਂ ਨੂੰ ਕਰਦਾ ਹੈ, ਆਪ ਹੀ ਉਹਨਾਂ ਕਰਮਾਂ ਦਾ ਫਲ ਭੋਗਦਾ ਹੈ, ਆਪ ਹੀ ਸੰਕੋਚ ਨਾਲ ਰਹਿੰਦਾ ਹੈ, ਆਪ ਹੀ ਸਭ ਨਾਲ ਜੁੜਿਆ ਹੋਇਆ ਹੈ। ਵੇਖਿਆ ਜਾਵੇ ਤੇ ਹੁਣ ਕੋਈ ਮਨੁੱਖ ਕਿਸੇ ਨਾਲ ਲੜਦਾ ਹੈ, ਕਿਸੇ ਨੂੰ ਮਾਰਦਾ ਹੈ, ਕਿਸੇ ਨੂੰ ਦੁੱਖ ਦਿੰਦਾ ਹੈ। ਇੱਕ ਮਨੁੱਖ ਉਹ ਹੈ ਜਿਹੜਾ ਆਣ ਕੇ ਡਿੱਗੇ ਨੂੰ ਉਠਾਉਂਦਾ ਹੈ, ਉਹਨੂੰ ਕੋਈ ਸਹਾਰਾ ਦਿੰਦਾ ਹੈ। ਹੁਣ ਇਹ ਆਪੋ ਆਪਣੀ ਸੋਚਣੀ ਹੈ, ਮਾਰਨ ਵਾਲੇ ਨੇ ਟਿਕਿਆ ਇਹ ਮਾੜਾ ਹੈ, ਮੈਂ ਇਹਦੇ ਤੋਂ ਬਦਲਾ ਲੈਣਾ। ਅਤੇ ਜਿਹੜਾ ਰੱਬ ਦਾ ਪਿਆਰਾ ਕਹਿੰਦਾ ਇਹ ਪਰਮੇਸ਼ਰ ਦੀ ਕਿਰਪਾ ਇਹਦੇ 'ਤੇ ਹੋ ਜਾਵੇ, ਪਤਾ ਨਹੀਂ ਕਿਹੜੇ ਪਾਪਾਂ ਕਰਕੇ ਇਹਦੇ ਨਾਲ ਇਹ ਕੁਝ ਹੋਇਆ, ਉਹਨੂੰ ਉਠਾਉਂਦਾ ਹੈ ਕਿ ਭਾਈ ਤੂੰ ਕਾਇਮ ਹੋ। ਹੁਣ ਦਿਮਾਗ ਤੇ ਸਾਰਿਆਂ ਨੂੰ ਦਿੱਤਾ ਪਰ ਸੋਚਣੀ ਵੱਖੋ ਵੱਖਰੀ। ਕਹਿੰਦੇ ਇਸ ਕਰਕੇ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਉਹਨੂੰ ਇਹ ਗੱਲ ਦੀ ਸਮਝ ਆਈ ਕਿ ਇਹ ਪਿੱਛੇ ਤਾਕਤ ਉਹਦੀ ਵਰਤਦੀ ਹੈ, ਉਹਦਾ ਖਿਆਲ ਕਰੀਏ। ਆਪੇ ਨਿਰਮਲ ਮਿਹਰਬਾਨ ਮਧੂਸੂਦਨ, ਜਿਸ ਦਾ ਹੁਕਮ ਨ ਮੇਟਿਆ ਜਾਏ ਹੈ। ਹੁਣ ਮਧੂਸੂਦਨ ਉਹਨੂੰ ਕਿਹਾ ਹੈ ਜਿਹੜਾ ਮਧੂ ਦੈਂਤ ਵਰਗਿਆਂ ਨੂੰ ਖਤਮ ਕਰਨ ਵਾਲਾ ਹੈ। ਅਤੇ ਉਹ ਮਧੂ ਦੈਂਤ ਬਹੁਤ ਵੱਡੀ ਤਾਕਤ ਵਾਲਾ ਆਇਆ ਹੈ, ਜਿਹੜਾ ਆਮ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ। ਉਹਦੇ ਉੱਤੇ ਜ਼ੋਰ ਆਪਣਾ ਵਰਤ ਲੈਣਾ, ਤਾਕਤ ਉਹਦੇ 'ਤੇ ਜਮਾ ਲੈਣੀ।
ਉਹ ਪਰਮੇਸ਼ਰ ਨੇ ਹੀ ਰੂਪ ਧਾਰ ਕੇ ਤੇ ਐਡੇ ਐਡੇ ਰਾਖਸ਼ਾਂ ਨੂੰ, ਮਧੂਸੂਦਨ ਵਰਗਿਆਂ ਨੂੰ ਖਤਮ ਕੀਤਾ ਹੈ। ਮੁਰਾਰੀ ਵੀ ਉਹਦਾ ਨਾਂ ਤਾਂ ਪਿਆ ਕਿ ਮੁਰ ਰਾਖਸ਼ ਹੋਇਆ, ਇੱਕ ਮੁਰ ਉਹਦਾ ਨਾਂ ਸੀ। ਉਹ ਮੁਰ ਰਾਖਸ਼ ਨੂੰ ਮਾਰਨ ਕਰਕੇ ਮੁਰਾਰੀ, ਆਰੀ ਤੋਂ ਭਾਵ ਹੁੰਦਾ ਉਹਨੂੰ ਖਤਮ ਕਰਨ ਵਾਲਾ, ਅਤੇ ਇਸ ਕਰਕੇ ਉਹਦਾ ਨਾਂ ਮਧੂਸੂਦਨ ਤਾਂ ਪਿਆ ਕਿ ਉਹਨੇ ਮਧੂ ਦੈਂਤ ਨੂੰ ਖਤਮ ਕੀਤਾ ਰੂਪ ਧਾਰਨ ਕਰਕੇ। ਉਹ ਆਪ ਹੀ ਪਰਮੇਸ਼ਰ ਕਈਆਂ ਰੂਪਾਂ ਵਿੱਚ ਆਉਂਦਾ ਹੈ ਅਤੇ ਉਹਦੇ ਅਵਤਾਰ ਵੀ ਕਈ ਤਰ੍ਹਾਂ ਦੇ ਦੱਸੇ ਗਏ ਹਨ। ਇਸ ਕਰਕੇ ਉਹ ਮਿਹਰਬਾਨ ਮਧੂਸੂਦਨ ਪ੍ਰਮਾਤਮਾ ਆਪ ਹੀ ਨਿਰਮਲ ਸਰੂਪ ਹੈ, ਪਵਿੱਤਰ ਹੈ, ਜਿਸ ਦਾ ਹੁਕਮ ਮੇਟਿਆ ਨਹੀਂ ਜਾਂਦਾ। ਕੋਈ ਉਹਦੀ ਕੀਤੀ ਨੂੰ ਬਦਲ ਨਹੀਂ ਸਕਦਾ। ਬਦਲ ਸਕਦੇ ਹਨ ਅਤੇ ਬੇਨਤੀ ਤੌਰ 'ਤੇ ਬੇਨਤੀਆਂ ਕਰਕੇ ਸਤਿਗੁਰੂ ਜਿਹੜੇ ਹਨ ਰੇਖ ਵਿੱਚ ਮੇਖ ਮਾਰ ਸਕਦੇ ਹਨ, ਪਰ ਉਸ ਗੁਰੂ 'ਤੇ ਇਹਨੂੰ ਭਰੋਸਾ ਨਹੀਂ, ਉਹਨੂੰ ਛੱਡ ਕੇ ਹੋਰਨਾਂ ਦਾ ਆਸਰਾ ਤੱਕਦਾ ਹੈ। ਅਤੇ ਉਹਨਾਂ ਚਿਰ ਗੁਰੂ ਕਿਰਪਾ ਨਹੀਂ ਕਰਦਾ ਜਿੰਨਾ ਚਿਰ ਇੱਕ ਥਾਂ ਮਨ ਆਵੇ। ਉਹਨਾਂ ਤਾਂ ਹੀ ਕਿਹਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਜਦੋਂ ਇਹ 'ਤੇ ਆ ਗਈ ਗੱਲ ਕਿ ਮਹਾਰਾਜ ਮੈਂ ਸਾਰਿਆਂ ਨੂੰ ਛੱਡ ਦਿੱਤਾ, ਇੱਕ ਤੇਰਾ ਆਸਰਾ, ਤੇਰਾ ਦਰ ਫੜਿਆ ਹੈ, ਅਤੇ ਹੁਣ ਮੇਰੀ ਬਾਂਹ ਫੜ ਲੈ। ਜਿਵੇਂ ਬੂਹੇ 'ਤੇ ਆਵੇ ਕੋਈ, ਉਹਨੂੰ ਬਾਂਹ ਫੜ ਕੇ ਅੱਗੇ ਨਗਾ ਲਈਦਾ ਹੈ। ਕਹਿੰਦੇ ਹੁਣ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਗੁਰੂ ਦੇ ਦਰ 'ਤੇ ਆ ਗਿਆ ਅਤੇ ਗੁਰੂ ਫਿਰ ਪਰਮੇਸ਼ਰ ਦੇ ਘਰ ਤੱਕ ਪਹੁੰਚਾ ਦਿੰਦਾ ਹੈ। ਇਸ ਕਰਕੇ ਉਹਦਾ ਹੁਕਮ ਮੰਨਿਆ ਪ੍ਰਵਾਨ ਹੈ, ਜਿਹਦਾ ਹੁਕਮ ਕੋਈ ਬਦਲਾ ਨਹੀਂ ਸਕਦਾ। ਸੇਵੜ ਭਾਗੀ ਜਿਨੀ ਏਕੋ ਜਾਤਾ, ਘਟ ਘਟ ਵਸ ਰਿਹਾ ਜਗ ਜੀਵਨ ਦਾਤਾ। ਮਹਾਰਾਜ ਜੀ ਕਥਨ ਕਰਦੇ ਹੋ, ਵੱਡਿਆਂ ਭਾਗਾਂ ਵਾਲੇ ਹਨ ਜੀਵ, ਜਿਨ੍ਹਾਂ ਨੇ ਇੱਕ ਪ੍ਰਭੂ ਨੂੰ ਜਾਣ ਲਿਆ ਹੈ ਕਿ ਇੱਕ ਦੀ ਤਾਕਤ ਹੈ। ਸਾਰਿਆਂ ਦਾ ਮਾਲਕ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਕਦੇ ਭੁੱਲੇ ਨਾ। ਅਤੇ ਇਸ ਤਰ੍ਹਾਂ ਨਿਸ਼ਚੇ ਕਰ ਲਿਆ ਹੈ ਉਹ ਜਗ ਜੀਵਨ ਦਾਤਾ ਪਰਮੇਸ਼ਰੀ ਸਾਰਿਆਂ ਘਟਾਂ ਸਾਰਿਆਂ ਸਰੀਰਾਂ ਵਿੱਚ ਵਸ ਰਿਹਾ ਹੈ। ਇਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਪਰਮ ਪਉ ਜਾਈ ਹੈ। ਹੁਣ ਹੈ ਸਾਰਿਆਂ ਦੇ ਵਿੱਚ, ਪਰ ਮਹਾਰਾਜ ਜੀ ਅੰਤਰ ਦੱਸਦੇ ਹਨ, ਇੱਕ ਥਾਂ 'ਤੇ ਗੁਪਤ ਹੈ ਅਤੇ ਇੱਕ ਥਾਂ 'ਤੇ ਆਪ ਹੀ ਪ੍ਰਗਟ ਹੈ। ਭਾਵ ਮਨਮੁਖਾਂ ਨੂੰ ਗੁਪਤ ਹੈ ਅਤੇ ਗੁਰਮੁਖਾਂ ਨੂੰ ਪ੍ਰਗਟ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰਮੁਖਾਂ ਦੇ ਸਦਾ ਹੀ ਕੋਲ ਹੈ ਅਤੇ ਮਨਮੁਖ ਕਹਿੰਦੇ ਉਹ ਹੈ ਹੀ ਕਿਤੇ ਨਹੀਂ, ਉਹਨਾਂ ਦੂਰ ਤੱਕ ਦੀਦਾ ਹੀ ਨਹੀਂ। ਕੋਈ ਰੱਬ ਦਾ ਪਿਆਰਾ ਨਹੀਂ, ਕੋਈ ਸੰਤ ਸਾਧੂ ਕਹਿੰਦੇ ਹੈ ਹੀ ਨਹੀਂ, ਕਿ ਉਹਨਾਂ ਦੀ ਨਿਗਾਹ ਪਛਾਣ ਨਹੀਂ ਕਰ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਇਹ ਗੁਰੂ ਦੇ ਨਾਲ ਜੁੜਿਆ, ਗੁਰੂ ਦੀ ਆਗਿਆ ਨੂੰ ਮੰਨਿਆ, ਇਹ ਭੇਦ ਖੁੱਲ੍ਹਦਾ ਹੈ। ਗੁਰਾਂ ਦੁਆਰੇ ਇਸ ਤਰ੍ਹਾਂ ਨਿਸ਼ਚੇ ਕਰੇ ਤਾਂ ਭਰਮ ਤੇ ਡਰ ਜਿਹੜਾ ਮਿਟ ਜਾਂਦਾ ਹੈ। ਜਦੋਂ ਭਰਮ ਤੇ ਡਰ ਮਿਟ ਗਿਆ, ਸਮਝੋ ਕਿ ਇਹਦੇ 'ਤੇ ਪਰਮੇਸ਼ਰ ਦੀ ਕਿਰਪਾ ਹੋ ਗਈ। ਅਤੇ ਭਉ ਡਰ ਤਾਂ ਹੀ ਦੂਰ ਹੋਣਾ, ਭੁਲੇਖਾ ਤਾਂ ਹੀ ਦੂਰ ਹੋਣਾ ਹੈ ਜੇ ਪੂਰੇ ਗੁਰੂ ਦੇ ਸ਼ਰਨ ਵਿੱਚ ਆਵੇ। ਇਸ ਕਰਕੇ ਉੱਥੇ ਸਤਿਗੁਰੂ ਜੀ ਕਹਿੰਦੇ ਹਨ, ਉੱਥੇ ਤੇ ਉਹ ਵੀ ਇੱਕ ਤਿੰਨ ਨਹੀਂ ਰਹਿ ਜਾਂਦੇ, ਜਿਹੜੇ ਤਿੰਨ ਤਰ੍ਹਾਂ ਗਿਣੇ ਜਾਂਦੇ ਹਨ, ਧਿਆਨ, ਧਿਆਤਾ ਅਤੇ ਧੇ। ਭਾਵ ਇੱਕ ਕਿਸੇ ਨੂੰ ਧਿਆਉਣ ਵਾਲਾ ਅਤੇ ਜਿਹੜੇ ਨਾਮ ਦੇ ਨਾਲ ਧਿਆ ਰਿਹਾ ਹੈ ਅਤੇ ਜਿਹਨੂੰ ਧਿਆਉਂਦਾ ਹੈ। ਤਿੰਨ ਚੀਜ਼ਾਂ ਵੱਖ-ਵੱਖ, ਤਿੰਨ ਸ਼ਕਤੀਆਂ ਮੰਨਦੀਆਂ ਹਨ, ਤਿੰਨ ਮੰਨੀਆਂ ਜਾਂਦੀਆਂ ਹਨ। ਪਰ ਜਿਹਨੂੰ ਕਹਿੰਦੇ ਤ੍ਰਿਕੁਟੀ ਫੋਰਨੀ, ਤ੍ਰਿਕੁਟੀ ਨੂੰ ਭੰਨ ਕੇ ਅੱਗੇ ਲੰਘਣਾ, ਚੌਥੇ ਪਦ ਤੱਕ ਪਹੁੰਚਣਾ, ਉੱਥੇ ਇਹ ਵੀ ਤਿੰਨ ਜਿਹੜੇ ਇੱਕ ਰੂਪ ਹੋ ਜਾਂਦੇ ਹਨ। ਨਾਮ ਅਤੇ ਨਾਮ ਨੂੰ ਜਪਣ ਵਾਲਾ ਅਤੇ ਜਿਹਦਾ ਨਾਮ ਹੈ, ਤਿੰਨੇ ਇੱਕ ਰੂਪ ਹੋ ਜਾਂਦੇ ਹਨ। ਜੋ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਕਿਵੇਂ ਕਹਿੰਦੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਉਹ ਸਾਰੰਗ ਪਾਣ ਭਾਵ ਜਿਹੜਾ ਸਾਰੰਗ ਧਨੁਖ ਦੇ ਧਾਰਨ ਵਾਲਾ ਵਿਸ਼ਨੂੰ ਰੂਪ ਵੀ ਉਹਨੇ ਧਾਰਨ ਕੀਤਾ ਹੈ। ਐਸਾ ਪਰਮੇਸ਼ਰ ਜਿਹੜਾ ਹੈ, ਜਿਹੜਾ ਕਈ ਰੂਪਾਂ ਵਿੱਚ ਆਇਆ ਹੈ, ਕਹਿੰਦੇ ਉਹਦੇ ਨਾਲ ਇੱਕਮਿਕ ਹੋ ਗਏ। ਉਹਨੇ ਸਾਨੂੰ ਆਪਣੇ ਆਸਣ 'ਤੇ ਆਪਣੇ ਨਾਲ ਬਹਾ ਲਿਆ, ਇੱਕਮਿਕ ਕਰ ਲਿਆ। ਇਹੀ ਜਿਹੜੀ ਦ੍ਰਿਸ਼ਟੀ ਸੀ, ਜਿਹੜਾ ਸ਼ਾਇਦ ਭੀਖਣ ਸ਼ਾਹ ਹੋਇਆ ਹੈ,
ਜਿਹਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਵਤਾਰ ਦੇ ਸਮੇਂ ਪਛਾਣ ਲਿਆ ਸੀ ਕਿ ਜਿਹੜੇ ਖੁਦਾ ਨੂੰ ਮੈਂ ਮੰਨਦਾ ਉਹਦਾ ਰੂਪ ਅੱਜ ਪਟਨੇ ਵਿੱਚ ਆ ਚੁੱਕਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਚੇਲਿਆਂ ਨੇ ਕਿਹਾ ਤੂੰ ਉਲਟ ਪਾਸੇ ਅੱਜ ਇਸ ਜਿਹੜੀ ਹੈ ਸਜਦਾ ਕਿਉਂ ਕੀਤਾ, ਨਮਸਕਾਰ ਦੂਜੇ ਬੰਨੇ ਕਿਉਂ ਕੀਤੀ? ਉਹਨੇ ਕਿਹਾ ਜਦੋਂ ਮੈਂ ਖੁਦਾ ਦੇ ਦਰਸ਼ਨ ਕਰਦਾ ਹਾਂ, ਇਹ ਜੋ ਅੱਜ ਸ਼ਕਤੀ ਇੱਥੇ ਪ੍ਰਗਟ ਹੋਈ ਹੈ ਪਟਨੇ ਵਿੱਚ ਤੇ ਉਹਦੇ ਲਾਗੇ ਬੈਠਾ ਹੁੰਦਾ ਮੈਨੂੰ ਦਰਸ਼ਨ ਹੁੰਦੇ ਹਨ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਜਿਨ੍ਹਾਂ ਦਾ ਡਰ ਤੇ ਭੁਲੇਖਾ ਨਿਕਲ ਗਿਆ ਉਹਨਾਂ ਨੇ ਇਹਨੂੰ ਪਛਾਣ ਲਿਆ। ਹੁਣ ਸਾਡੀਆਂ ਅੱਖਾਂ ਵਿੱਚ ਧੁੰਦਲਾਪਣ ਹੋਵੇ ਤੇ ਸਹੀ ਚੀਜ਼ ਵੀ ਸਾਨੂੰ ਜੋ ਗਲਤ ਦਿਸਦੀ ਹੈ ਝੋਲਾ ਪੈਂਦਾ ਹੈ, ਤੇ ਜੇ ਸਾਫ਼ ਹੋ ਜਾਵੇ ਤੇ ਹੁਣ ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਕੇ ਚਰਨਾਂ ਦੀ, ਗੁਰੂ ਕੀਆਂ ਸੰਗਤਾਂ ਦੀ ਚਰਨ ਧੂੜੀ ਜਿਹਨੂੰ ਪ੍ਰਾਪਤ ਹੋ ਜਾਵੇ, ਇੰਨੀ ਨਿਮਰਤਾ ਹੋ ਜਾਵੇ, ਉਹ ਸਮਝੇ ਕਿ ਚਰਨ ਧੂੜੀ ਮੇਰੇ ਤੇ ਪੈ ਗਈ, ਕਿਤੇ ਕਿਸੇ ਨੂੰ ਮਾੜਾ ਨਾ ਕਹੇ ਮੈਨੂੰ ਅਸਲ ਦਾਰੂ ਉਹ ਮਿਲ ਗਿਆ ਹੈ ਨਿਗਾਹ ਵਾਲਾ, ਜਿਹੜਾ ਮਮੀਰੇ ਵਾਲਾ ਦਾਰੂ ਵੀ ਕੰਮ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਨ੍ਹਾਂ ਚਿਰ ਨਿਰਭਉ ਨਿਰਵੈਰ ਦਾ ਜਾਪ ਨਹੀਂ ਹੁੰਦਾ, ਕੋਈ ਨਾ ਕੋਈ ਡਰ ਬਣਿਆ ਰਹਿੰਦਾ, ਕੋਈ ਭਰਮ ਭੁਲੇਖਾ ਪਿਆ ਹੀ ਰਹਿੰਦਾ। ਤੇ ਭਰਮ ਭੁਲੇਖੇ ਕਰਕੇ ਬੜੇ ਕਹਿੰਦੇ ਕਹਾਉਂਦਿਆਂ ਨੂੰ ਜਨਮ ਧਾਰਨਾ ਪਿਆ। ਜਿਹੜੇ ਲੋਕਾਂ ਨੂੰ ਰਾਹ ਦੱਸਣ ਵਾਲੇ ਸੀ ਕਈ ਐਸੇ, ਉਹਨਾਂ ਵਿੱਚ ਵੀ ਕੋਈ ਨਾ ਕੋਈ ਕਮੀ ਹੋਣ ਕਰਕੇ ਤੇ ਉਹ ਫਿਰ ਮੁੜ ਕੇ ਜੰਮਣ ਮਰਨ ਵਿੱਚ ਆਉਂਦੇ ਰਹੇ। ਸਤਿਗੁਰਾਂ ਗੁਰੂ ਬਾਣੀ ਵਿੱਚ ਕਥਨ ਕੀਤਾ ਹੈ ਕਿ ਵੱਡੇ ਦੇਵਤੇ ਜਿਹੜੇ ਦੁਨੀਆ ਦੇ ਥੰਮ ਹਨ, ਜਿਨ੍ਹਾਂ ਦੇ ਰਾਹੀਂ ਦੁਨੀਆ ਦਾ ਪ੍ਰਬੰਧ ਪਰਮੇਸ਼ਰ ਨੇ ਬਣਾਇਆ ਹੈ, ਕਹਿੰਦੇ ਉਹਨਾਂ ਨੂੰ ਭੁਲੇਖਾ ਰਿਹਾ ਕਿ ਫਿਰ ਆਈਏ ਦੁਨੀਆ 'ਤੇ, ਸ਼ਾਇਦ ਕੋਈ ਹੋਰ ਵਾਧਾ ਹੋਵੇ, ਹੋਰ ਕੋਈ ਮਿਲ ਜਾਵੇ, ਹੋਰ ਸਾਡਾ ਨਾਂ ਬਣ ਜਾਵੇ, ਜਾਂ ਹੋਰ ਰਹਿੰਦਾ ਕਾਰਜ ਕਰ ਲਈਏ। ਅਤੇ ਸਤਿਗੁਰਾਂ ਨੇ ਉੱਥੇ ਤਿੰਨਾਂ ਦੇਵਤਿਆਂ ਦਾ ਵੱਖ-ਵੱਖ ਵਰਣਨ ਕੀਤਾ ਹੈ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ। ਜਿਵੇਂ ਵਿਸ਼ਨੂੰ ਦੇ ਬਾਰੇ ਕਿਹਾ ਹੈ, ਕਿਸਨ ਸਦਾ ਅਵਤਾਰੀ ਰੂਧਾ ਕਿਤ ਲਗ ਤਰੇ ਸੰਸਾਰਾ। ਉਹਨਾਂ ਤੁਕਾਂ ਦੀ ਵਿਚਾਰ ਨੂੰ ਸਮਝਿਆ ਜਾਵੇ ਪਤਾ ਲੱਗ ਜਾਂਦਾ ਹੈ। ਕਹਿੰਦੇ ਉਹ ਤੇ ਆਪ ਮੁੜ ਅਵਤਾਰ ਧਾਰਨ ਡਿਆ ਹੈ, ਮੁੜ ਆਉਣ ਵਿੱਚ ਹੈ, ਤੇ ਕਿਸੇ ਨੂੰ ਕਿੱਥੋਂ ਮੁਕਤ ਕਰ ਦੇਵੇਗਾ। ਜਿਹੜਾ ਗੁਰੂ ਆਪ ਮੁਕਤ ਹੈ ਉਹ ਕਿਸੇ ਨੂੰ ਮੁਕਤ ਕਰਾ ਸਕਦਾ, ਜਿਹੜਾ ਆਪ ਬੰਧਨਾਂ ਵਿੱਚ ਬੱਝਾ ਕਿਵੇਂ ਛਡਾਵੇਗਾ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਪੰਨਾ 1048। ਅੱਜ ਦੀ ਇਸ ਵਿਚਾਰ ਦੀ ਵਿਸਰਾਮਤਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸ਼ਬਦ ਦੀ ਸੰਪੂਰਨਤਾ ਕਰ ਰਹੇ ਹਨ। ਗੁਰਮੁਖ ਹਰਿ ਜੀਓ ਏਕੋ ਜਾਤਾ, ਅੰਤਰ ਨਾਮ ਸ਼ਬਦ ਪਛਾਤਾ। ਜਿਹੜੇ ਹਰ ਵੇਲੇ ਗੁਰੂ ਨੂੰ ਹਾਜ਼ਰ ਸਮਝਦੇ ਹਨ, ਗੁਰੂ ਨੂੰ ਯਾਦ ਕਰਕੇ ਕਿਸੇ ਕੰਮ ਨੂੰ ਕਰਦੇ ਹਨ, ਹਰ ਥਾਂ 'ਤੇ ਗੁਰੂ ਨੂੰ ਮੁੱਖ ਰੱਖਦੇ ਹਨ, ਉਹਨਾਂ ਨੂੰ ਗੁਰਮੁਖ ਕਿਹਾ ਹੈ। ਤੇ ਹਰ ਵੇਲੇ ਗੁਰੂ ਵੱਲੇ ਮੁੱਖ ਰੱਖਦੇ ਹਨ ਆਪਣਾ। ਗੁਰਮੁਖਾਂ ਨੇ ਉਹ ਗੁਰਾਂ ਦੁਆਰੇ ਇੱਕ ਹਰਿ ਜੀਓ ਨੂੰ ਜਾਣ ਲਿਆ ਹੈ, ਹਿਰਦੇ ਅੰਦਰ ਨਾਮ ਸਿਮਰਨ ਕਰਕੇ ਬ੍ਰਹਮ ਨੂੰ ਪਛਾਣ ਲਿਆ ਹੈ, ਤੇ ਹੁਣ ਉਹਦੇ ਤੋਂ ਪਿਛਾਂਹ ਹੋਣ ਨੂੰ ਮਨ ਨਹੀਂ ਕਰਦਾ। ਕਹਿੰਦੇ ਪਰਮੇਸ਼ਰ ਕਿਰਪਾ ਕਰ। ਜਿਵੇਂ ਮਹਾਰਾਜ ਦੇ ਪ੍ਰੇਮੀਆਂ ਦਾ ਜ਼ਿਕਰ ਆਉਂਦਾ ਹੈ, ਗੁਰੂ ਸਾਹਿਬ ਜੀ ਦੇ ਇੱਕ ਐਸੇ ਪ੍ਰੇਮੀ ਸਿੱਖ ਹੋਏ ਜਿਨ੍ਹਾਂ ਦੀ ਨਜ਼ਰ ਨਹੀਂ ਸੀ, ਤੇ ਉਹਨਾਂ ਦੇ ਸਤਿਗੁਰਾਂ ਕਿਰਪਾ ਕੀਤੀ, ਉਹਨਾਂ ਨੂੰ ਨਜ਼ਰ ਬਖਸ਼ ਦਿੱਤੀ। ਤੇ ਥੋੜ੍ਹੇ ਸਮੇਂ ਬਾਅਦ, ਕੁਝ ਛਿਨ ਬਾਅਦ ਕਹਿਣ ਲੱਗੇ ਮਹਾਰਾਜ ਫਿਰ ਉਸੇ ਤਰ੍ਹਾਂ ਕਰ ਦਿਓ। ਸੰਗਤ ਬੜੀ ਹੈਰਾਨ ਹੋਈ, ਇਹ ਕੀ ਕਾਰਨ? ਲੋਕੀ ਤੇ ਕਹਿੰਦੇ ਨਜ਼ਰ ਮਿਲ ਜਾਵੇ, ਨੂੰ ਮਿਲੀ, ਕਹਿੰਦਾ ਫਿਰ ਉਸੇ ਤਰ੍ਹਾਂ ਕਰ ਦਿਓ। ਸਤਿਗੁਰੂ ਜੀ ਕਹਿੰਦੇ ਕਿਉਂ? ਤੈਨੂੰ ਨਜ਼ਰ ਪਰਮੇਸ਼ਰ ਦੇ ਘਰੋਂ ਬਖਸ਼ੀ ਹੈ। ਕਹਿੰਦਾ ਮਹਾਰਾਜ ਜੇ ਮੇਰੀ ਨਜ਼ਰ ਖੁੱਲ੍ਹੀ, ਮੈਂ ਤੁਹਾਡੇ ਦਰਸ਼ਨ ਕਰ ਲੈ, ਕਿਤੇ ਇਹ ਨਾ ਹੋਵੇ ਤੁਹਾਡੇ ਦਰਸ਼ਨਾਂ ਤੋਂ ਬਾਅਦ ਮੈਂ ਹੋਰ ਲੋਕਾਂ ਨੂੰ ਵੇਂਦਾ ਰਹਾਂ, ਤੁਹਾਡੇ ਚੇਤਾ ਹੀ ਭੁੱਲ ਜਾਵੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਕਿਹਾ ਜੇ ਤੁਹਾਡੇ ਦਰਸ਼ਨ ਕਰ ਲਏ ਤੇ ਤੁਹਾਡਾ ਹੀ ਰੂਪ ਮੇਰੇ ਮਨ ਵਿੱਚ ਵਸਿਆ ਰਵੇ, ਹੁਣ ਮੇਰੀ ਨਿਗਾਹ ਫਿਰ ਬੰਦ ਕਰ ਦਿਓ, ਮੈਂ ਉਸੇ ਚੀਜ਼ ਨੂੰ ਯਾਦ ਰੱਖਾਂ। ਇਹ ਗੁਰਮੁਖਾਂ ਦੀ ਅਵਸਥਾ ਹੈ। ਇਸ ਕਰਕੇ ਕਈ ਐਸੇ ਵੀ ਸਿੱਖ ਹਨ, ਕਈ ਪ੍ਰੇਮੀ ਹਨ, ਉਹਨਾਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ। ਕਹਿੰਦੇ ਜਦੋਂ ਉਹਨਾਂ ਆਪਣੇ ਘਰੋਂ ਤੁਰਨਾ ਤੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਲੈਣੀ, ਤੇ ਨਾਲ ਜਿਹੜੇ ਉਹਨਾਂ ਦੇ ਪ੍ਰੇਮੀ ਹੁੰਦੇ ਸਨ ਉਹਨਾਂ ਨੂੰ ਕਹਿਣਾ ਭਾਈ ਜਦੋਂ ਗੁਰੂ ਘਰ ਦੇ ਅੱਗੇ ਚਲੇ ਗਏ ਉਦੋਂ ਸਾਡੀ ਪੱਟੀ ਖੋਲ੍ਹ ਦਿਓ। ਤੇ ਉੱਥੇ ਦਰਸ਼ਨ ਦਿਦਾਰੇ ਕਰਕੇ ਮੁੜਨ ਲੱਗਿਆਂ ਫਿਰ ਅੱਖਾਂ 'ਤੇ ਪੱਟੀ ਬੰਨ੍ਹ ਲੈਣੀ ਕਿ ਸਾਡੀ ਨਿਗਾਹ ਹੋਰ ਕਿਸੇ ਪਾਸੇ ਨਾ ਜਾਵੇ, ਸਾਡੀ ਨਿਗਾਹ ਦੇ ਵਿੱਚ ਗੁਰੂ ਦਾ ਹੀ ਜਿਹੜਾ ਸਰੂਪ ਵਸਿਆ ਰਵੇ। ਇਸ ਕਰਕੇ ਕਿਸੇ ਪ੍ਰੇਮੀ ਨੇ ਲਿਖਿਆ ਹੈ, ਗੁਰਬਾਣੀ ਵਿੱਚ ਸ਼ਬਦ ਨਹੀਂ, ਕਹਿੰਦੇ ਨੈਣਾ ਅੰਦਰ ਆਵ ਤੂੰ ਝਾਪ ਨੈਣ ਮੈਂ ਲਿਓ,
ना देखूँ किसी और को, ना तुझे देखण देऊँ। उन्हें इत्थों तक प्रेम कर लिया, कहते वाहिगुरू तेरे नाल हुण साडा ये संबंध बन गया, मैं तैनूं अपणीਆਂ ਅੱਖਾਂ ਵਿੱਚ ਵਸਾ ਲਿਆ ਤੇ ਨਾ ਹੁਣ मैं तेरे ਤੋਂ बिना मैं ਕਿਸੇ ਨੂੰ ਵੇਖਣਾ ਤੇ ਨਾ ਤੈਨੂੰ ਪਾਸੇ ਜਾਣ ਦੇਣਾ। ਐਸੀ ਉਹਨਾਂ ਦੀ ਜਿਹੜੀ ਪਰਮੇਸ਼ਰ ਨਾਲ ਜਿਹੜੀ ਗੰਢ ਬਣ ਜਾਂਦੀ ਹੈ ਪ੍ਰੇਮ ਦੀ। ਤੇ ਸਤਿਗੁਰੂ ਜੀ ਇਹ ਵਿਸਰਾਮਤਾ ਤੇ ਕਿਰਪਾ ਕਰਦੇ ਹਨ ਕਿ ਭਾਈ ਇਸ ਵਾਸਤੇ ਆਪਣੇ ਵੱਸ ਨਹੀਂ, ਉਹਦੇ ਅੱਗੇ ਬੇਨਤੀ ਕਰੋ, ਅਰਦਾਸ ਕਰੋ ਇਸ ਪ੍ਰਕਾਰ, हे ਮਾਲਕ ਜਿਸ ਤੂੰ ਦੇਹ ਸੋਈ ਜਨ ਪਾਏ, ਨਾਨਕ ਨਾਮ ਵਡਾਏ ਹੈ। ਜਿਸ ਤੂੰ ਦੇਹ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਗੁਰੂ ਜੀ ਕਥਨ ਕਰਦੇ ਹਨ, ਫਰਮਾਉਂਦੇ ਹਨ, ਹੇ ਪ੍ਰਭੂ ਵਾਹਿਗੁਰੂ ਜਿਸ ਨੂੰ ਤੂੰ ਦਿੰਦਾ ਹੈ ਉਹੀ ਗੁਰਮੁਖ ਜਨ ਨਾਮ ਸਿਮਰਨ ਦੀ ਵਡਿਆਈ ਨੂੰ ਪਾਉਂਦਾ ਹੈ, ਆਪਣੀ ਚਤਰਾਈ ਨਾਲ ਕੋਈ ਨਹੀਂ ਪਾਉਂਦਾ। ਤਾਂ ਹੀ ਕਿਹਾ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਹੁਣ ਇਹ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਮਹਾਰਾਜ ਜਿਹਨੂੰ ਤੂੰ ਆਪ ਬਖਸ਼ਦਾ ਹੈ ਉਹ ਵਰਤ ਸਕਦਾ ਹੈ ਤੇਰੀ ਦਾਤ ਨੂੰ, ਇਸ ਕਰਕੇ ਤੂੰ ਰਹਿਮਤ ਕਰ ਸਾਡੇ 'ਤੇ ਵੀ, ਜਿਵੇਂ ਤੂੰ ਹੋਰ ਅਨੇਕਾਂ ਨੂੰ ਧਾਰਿਆ ਹੈ ਤੇ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲੈ। ਅੱਜ ਦੀ ਵਿਚਾਰ ਦਾ ਇਹ ਮਕਸਦ ਹੈ, ਮਹਾਰਾਜ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਏ, ਏਕਤਾ ਹੋਏ। ਸਤਿਗੁਰੂ ਜੀ ਅੰਗ ਸੰਗ ਸੰਗਤਾਂ ਦੇ ਸ਼ੁਭ ਕਾਰਜ ਰਾਸ ਕਰਨ। ਇੰਨੇ ਸਮੇਂ 'ਚ ਇਹਨਾਂ ਕੁਝ ਕਹਿੰਦਿਆਂ ਹੋਇਆਂ ਇਸ ਮੂਰਖ ਪਾਪੀ ਅਣਜਾਣ ਜੀਵ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਿਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ, ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।